ਪਲੇਟਫਾਰਮ ਦੇ ਉੱਪਰ ਤੁਹਾਡਾ ਸਵਾਗਤ ਹੈ। ਤੁਸੀਂ ਮੇਰੇ ਨਾਲ ਐਨਟੀਟੀ ਦੀ ਪ੍ਰੈਪਰੇਸ਼ਨ ਦੇ ਵਿੱਚ ਜੁੜੇ ਹੋਏ ਹੋ ਤੇ ਜੋ ਐਮਸੀਕਿਊ ਸੀਰੀਜ਼ ਅਸੀਂ ਸਟਾਰਟ ਕੀਤੀ ਹੋਈ ਹੈ, ਇਹ ਐਨਟੀਟੀ ਤੇ ਸੁਪਰਵਾਈਜ਼ਰ ਦੋਨੋਂ ਹੀ ਬੈਚ ਦੇ ਲਈ ਇੰਪੋਰਟੈਂਟ ਆ, ਕਿਉਂਕਿ ਸੁਪਰਵਾਈਜ਼ਰ ਦੇ ਲਈ ਵੀ ਸਿਲੇਬਸ 0 ਤੋਂ 6 ਸਾਲ ਦੇ ਬੱਚੇ ਲਈ ਆ ਤੇ ਟੌਪਿਕ ਵੀ ਕਾਫੀ ਸਿਮਿਲਰ ਨੇ। ਤਾਂ ਜਿਹੜੀਆਂ ਵੀ ਸੀਰੀਜ਼ ਆਪਾਂ ਫਸਟ ਤੋਂ ਲੈ ਕੇ 10 ਤੱਕ ਚਲਾਈਆਂ ਜਾਂ ਹੋਰ ਵੀ ਜੋ ਐਨਟੀਟੀ ਦੇ ਨਾਲ ਰਿਲੇਟਡ ਐਮਸੀਕਿਊਜ਼ ਨੇ, ਉਹ ਜੋ ਬੱਚੇ ਵੀ ਸੁਪਰਵਾਈਜ਼ਰ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਉਹਨਾਂ ਦੇ ਲਈ ਵੀ ਉਹ ਬੈਨੀਫੀਸ਼ੀਅਲ ਹੋਣਗੇ। ਤਾਂ ਉਹ ਐਮਸੀਕਿਊ ਦੇਖ ਕੇ ਤੁਸੀਂ ਉਹਨਾਂ ਤੋਂ ਪ੍ਰੈਕਟਿਸ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਤੁਹਾਨੂੰ ਪਤਾ ਕਿ ਆਪਣੇ ਐਨਟੀਟੀ ਦਾ ਇੱਕ ਬੈਚ ਚੱਲ ਰਿਹਾ ਜਿਹੜਾ 3rd ਬੈਚ ਸਟਾਰਟ ਹੋਇਆ, ਜਿਹਦੇ ਵਿੱਚ ਤੁਹਾਨੂੰ ਮੌਕ ਟੈਸਟ ਵੀ ਪ੍ਰੋਵਾਈਡ ਕੀਤੇ ਜਾ ਰਹੇ ਆ। ਤਿੰਨੋਂ ਬੈਚ ਦੇ ਵਿੱਚ ਹੀ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਆ, ਪਰ 3rd ਬੈਚ ਦੇ ਵਿੱਚ ਜੋ ਤੁਹਾਡੀਆਂ ਕੰਟੈਂਟ ਕਲਾਸਿਸ ਨੇ ਉਹਨਾਂ ਨਾਲ ਮੈਰਾਥਨ ਕਲਾਸਿਸ, ਐਮਸੀਕਿਊ ਤੇ ਰਫ ਨੋਟਸ। ਠੀਕ ਹੈ, ਇਹ ਵੀ ਮੈਂ ਇੱਥੇ ਕਲੀਅਰ ਕਰਾਂ ਕਿ ਜਿਹੜੇ ਨੋਟਸ ਨੇ ਉਹ ਰਫ ਨੇ। ਕਈ ਵਾਰ ਬੱਚੇ ਸਿਰਫ ਨੋਟਸ ਲੈਣ ਦੇ ਪਰਸਪੈਕਟਿਵ ਨਾਲ ਹੀ ਆਉਂਦੇ ਆ ਤੇ ਫਿਰ ਉਹ ਸੈਟੀਸਫਾਈ ਨਹੀਂ ਹੁੰਦੇ, ਤਾਂ ਇਹ ਫਿਰ ਬੱਚਿਆਂ ਲਈ ਪ੍ਰੋਬਲਮ ਹੁੰਦੀ ਆ ਨਾ। ਤਾਂ ਜਦੋਂ ਵੀ ਕਿਸੇ ਨੇ ਕੋਰਸ ਲੈਣਾ ਹੁੰਦਾ ਤਾਂ ਪਹਿਲਾਂ ਕਾਲ ਕਰਿਆ ਕਰੋ, ਪੂਰੀ ਜੋ ਵੀ ਹੈ ਇਨਕੁਆਇਰੀ ਲੈ ਕੇ ਉਸ ਤੋਂ ਬਾਅਦ ਹੀ ਕੋਰਸ ਨੂੰ ਜੁਆਇਨ ਕਰਿਆ ਕਰੋ। ਤਾਂ ਜੋ ਵੀ ਬੱਚੇ ਦੋਨੋਂ ਕੋਰਸ ਲੈਣਾ ਚਾਹੁੰਦੇ ਨੇ, ਜੋ ਸੁਪਰਵਾਈਜ਼ਰ ਦਾ ਬੈਚ ਸਟਾਰਟ ਹੋਇਆ, ਜੋ ਸੁਪਰਵਾਈਜ਼ਰ ਦੀ ਤਿਆਰੀ ਕਰ ਰਹੀਆਂ ਨੇ ਗਰਲਸ, ਉਹ ਬੈਚ ਦੇ ਵਿੱਚ ਇਨਰੋਲ ਹੋ ਸਕਦੀਆਂ ਨੇ ਤੇ ਐਨਟੀਟੀ ਵਾਲੇ ਬੱਚੇ ਐਨਟੀਟੀ ਦੇ ਬੈਚ ਵਿੱਚ ਵੀ ਇਨਰੋਲ ਹੋ ਸਕਦੇ ਨੇ। ਤਾਂ ਅੱਜ ਦੀ ਜੋ ਸਾਡੀ ਸੀਰੀਜ਼ ਹੈ ਉਹ 10th ਸੀਰੀਜ਼ ਆ ਤੇ ਆਪਣੇ ਕੋਲ ਫਰਸਟ ਕੁਐਸਚਨ ਆ, ਅਕੋਰਡਿੰਗ ਟੂ ਦਾ ਵਾਈਗੋਸਕੀ ਚਿਲਡਰਨ ਡਿਵੈਲਪ ਥਰੂ। ਤਾਂ ਵਾਈਗੋਸਕੀ ਦੇ ਅਕੋਰਡਿੰਗ ਇੱਕ ਬੱਚਾ ਕਿਸ ਦੀ ਮਦਦ ਦੇ ਨਾਲ ਵਿਕਾਸ ਕਰਦਾ? ਸਭ ਤੋਂ ਪਹਿਲਾਂ ਥਿਊਰੀ ਦਾ ਨਾਮ, ਵਾਈਗੋਸਕੀ ਨੇ ਜੋ ਥਿਊਰੀ ਆਪਾਂ ਨੂੰ ਦਿੱਤੀ ਸੀ ਉਸ ਥਿਊਰੀ ਦਾ ਨਾਮ ਕੀ ਹੈ? ਸੋਸ਼ੋ ਕਲਚਰਲ ਥਿਊਰੀ। ਠੀਕ ਹੈ ਜੀ, ਸੋਸ਼ੋ ਕਲਚਰਲ मतलब कि समाज सांस्कृतिक सिद्धांत। ਤਾਂ ਵਾਈਗੋਸਕੀ ਨੇ ਇਹ ਆਖਿਆ ਸੀਗਾ ਕਿ ਇੱਕ ਬੱਚਾ ਹੈ ਉਹ ਸਮਾਜਿਕ ਅੰਤਰਕਿਰਿਆ ਦੇ ਰਾਹੀਂ ਹੀ ਲਰਨ ਕਰੂਗਾ, ਇੱਕ ਪਰਸਨ ਵਿੱਚ ਮੈਚੁਰ ਹੋਊਗਾ ਤੇ ਇੱਕ ਜਿਹੜਾ ਬੱਚਾ ਜਿਹੜਾ ਕਿ ਚਾਈਲਡ ਜੋ ਕਿ ਹਜੇ ਸਿੱਖ ਰਿਹਾ ਹੋਊਗਾ, ਜਿਹਨੂੰ ਹਜੇ ਉਸ ਚੀਜ਼ ਦੇ ਬਾਰੇ ਨਹੀਂ ਪਤਾ ਜੋ ਉਹਨੇ ਸਿੱਖਣੀ ਆ, ਤੇ ਇੱਕ ਮੈਚੁਰ ਪਰਸਨ ਤੋਂ ਲਰਨ ਕਰੂਗਾ, ਮਤਲਬ ਗਾਈਡਡ ਪਾਰਟਿਸਿਪੇਸ਼ਨ ਹੋਊਗੀ, ਮਤਲਬ ਸਮਾਜਿਕ ਅੰਤਰਕਿਰਿਆ ਹੋਊਗੀ ਤੇ ਇਸੇ ਤਰੀਕੇ ਨਾਲ ਹੀ ਬੱਚਾ ਲਰਨ ਕਰੂਗਾ। ਇਮੀਟੇਸ਼ਨ ਵਰਡ ਇਹ ਬੰਡੂਰਾ ਦੀ ਥਿਊਰੀ ਦੇ ਨਾਲ ਰਿਲੇਟਡ ਆ। ਬੰਡੂਰਾ ਨੇ ਇਹ ਆਖਿਆ ਸੀਗਾ ਕਿ ਕੋਈ ਪਰਸਨ ਬਹੁਤ ਸਿਮਿਲਰ ਨੇ ਦੋਨੋਂ ਹੀ ਥਿਊਰੀ ਆ। ਵਾਈਗੋਸਕੀ ਦੀ ਥਿਊਰੀ ਦਾ ਨਾਮ ਵੀ ਸੋਸ਼ਲ ਕਲਚਰ ਆ, ਮਤਲਬ ਸਮਾਜਿਕ ਅੰਤਰਕਿਰਿਆ ਦੇ ਨਾਲ ਸੰਬੰਧਿਤ ਆ, ਤੇ ਬੰਡੂਰਾ ਦੀ ਥਿਊਰੀ ਵੀ ਸਮਾਜ ਦੇ ਨਾਲ ਸੰਬੰਧਿਤ ਆ। ਫਰਕ ਸਿਰਫ ਇੰਨਾ ਕਿ ਬੰਡੂਰਾ ਦੇ ਅਕੋਰਡਿੰਗ ਇੱਕ ਬੱਚਾ ਇਮੀਟੇਸ਼ਨ ਕਰਕੇ ਮਤਲਬ ਨਕਲ ਕਰਕੇ ਲਰਨ ਕਰ ਸਕਦਾ, ਤੇ ਜੋ ਬੱਚਾ ਵਾਈਗੋਸਕੀ ਦੀ ਥਿਊਰੀ ਦੇ ਵਿੱਚ ਆ ਉਹ ਸਮਾਜਿਕ ਅੰਤਰਕਿਰਿਆ ਦੇ ਰਾਹੀਂ ਸਿੱਖੂਗਾ, ਤੇ ਬੰਡੂਰਾ ਦੇ ਅਕੋਰਡਿੰਗ ਇਮੀਟੇਸ਼ਨ ਕਰਕੇ ਜਾਂ ਆਬਜ਼ਰਵ ਕਰਕੇ ਕਿਸੇ ਤੋਂ ਲਰਨ ਕਰੂਗਾ। ਠੀਕ ਹੈ, ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੁੰਦਾ। ਆਬਜ਼ਰਵ ਮਤਲਬ ਆ ਕਿਸੇ ਨੂੰ ਦੇਖਣਾ, ਉਹਦੇ ਨਾਲ ਇੰਟਰੈਕਟ ਨਾ ਕਰਨਾ। ਠੀਕ ਹੈ, ਤੇ ਇੰਟਰੈਕਸ਼ਨ ਦਾ ਮਤਲਬ ਆ ਜਦੋਂ ਦੋ ਪਰਸਨ ਇੱਕ ਦੂਜੇ ਨਾਲ ਗੱਲਬਾਤ ਕਰਕੇ ਲਰਨ ਕਰਨਗੇ। ਠੀਕ ਹੈ ਜੀ। ਤਾਂ ਇਹਦੇ ਵਾਈਗੋਸਕੀ ਦੀ ਥਿਊਰੀ ਵਿੱਚ ਲੈਂਗੁਏਜ ਵੀ ਬੜੀ ਇੰਪੋਰਟੈਂਟ ਆ। ਸੈਕੰਡ ਕੁਐਸਚਨ ਆਪਣੇ ਕੋਲ, when start talking instruction, when start taking instruction like stand up, stand in queue, pick up the pencil। ਤਾਂ ਇੱਕ ਬੱਚਾ pick up the pencil ਜਾਂ ਜਿਹੜੀਆਂ ਇੰਸਟਰਕਸ਼ਨਸ ਨੇ ਉਹਨਾਂ ਨੂੰ ਕਦੋਂ ਲੈਣਾ ਸ਼ੁਰੂ ਕਰ ਦਿੰਦਾ, ਜਿਵੇਂ ਪੈਨਸਲ ਨੂੰ ਚੁੱਕੋ, ਲਾਈਨ ਦੇ ਵਿੱਚ ਖੜੇ ਹੋ, ਇਹ ਸਾਰੀਆਂ ਇੰਸਟਰਕਸ਼ਨ ਬੱਚਾ 3 ਤੋਂ 4 ਸਾਲ ਦਾ ਲੈਣਾ ਸ਼ੁਰੂ ਕਰਦਾ। ਇਸੇ ਕਰਕੇ ਜਿਹੜੀ ਸਾਡੀ ਨਵੀਂ ਐਜੂਕੇਸ਼ਨਲ ਪੋਲਿਸੀ ਹੈ 2020 ਵਾਲੀ, ਉਹਦੇ ਵਿੱਚ 3 ਸਾਲ ਤੋਂ ਜਿਹੜੀ ਏਜ ਹੈ ਉਹਨੂੰ ਐਜੂਕੇਸ਼ਨ ਦੇ ਲਈ ਰੈਡੀ ਮੰਨਿਆ ਜਾਂਦਾ ਨਾ। ਉਸ ਤੋਂ ਪਹਿਲਾਂ ਵੀ ਜਿਹੜੀ ਸਾਡੀ 3 ਸਾਲ ਦੀ ਏਜ ਸੀ ਉਹਨੂੰ ਆਂਗਣਵਾੜੀ ਦੇ ਵਿੱਚ ਜਾਂ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਅੰਡਰ ਅਸੀਂ ਸ਼ਾਮਲ ਕਰਦੇ ਸੀ, ਇਸੇ ਕਰਕੇ ਕਿਉਂਕਿ 3 ਸਾਲ ਦਾ ਬੱਚਾ ਇੰਸਟਰਕਸ਼ਨ ਲੈਣੀਆਂ ਸ਼ੁਰੂ ਕਰ ਦਿੰਦਾ, ਸਿੰਪਲ ਇੰਸਟਰਕਸ਼ਨ। ਥਰਡ ਕੁਐਸਚਨ ਆਪਣੇ ਕੋਲ, ਚਿਲਡਰਨ ਆਰ ਯੂਜ਼ਲੀ ਈਗੋਸੈਂਟਰਿਕ ਡਿਊਰਿੰਗ ਡੈਸ਼ ਐਂਡ ਡੈਸ਼ ਸਟੇਜ। ਈਗੋਸੈਂਟਰਿਕ ਦਾ ਮਤਲਬ ਕੀ ਹੁੰਦਾ? ਜਦੋਂ ਇੱਕ ਬੱਚਾ ਸਿਰਫ ਆਪਣੀ ਓਪੀਨੀਅਨ ਹੀ ਮੰਨੇ, ਜੋ ਕਰ ਰਿਹਾ ਉਹਨੂੰ ਸਿਰਫ ਉਹੀ ਸਹੀ ਲੱਗੇ ਤੇ ਕਿਸੇ ਹੋਰ ਪਰਸਨ ਦੀ ਰਾਏ ਨੂੰ ਉਹ ਸਹੀ ਨਾ ਮੰਨੇ, ਉਹਨੂੰ ਆਖਦਾ ਈਗੋਸੈਂਟਰਿਕ। ਠੀਕ ਹੈ, ਤਾਂ ਇਹ ਪਿਆਜੇ ਦੀ ਥਿਊਰੀ ਦੇ ਨਾਲ ਰਿਲੇਟਡ ਆ। ਪਿਆਜੇ ਦੀ ਥਿਊਰੀ ਕੋਗਨਿਟਿਵ ਡਿਵੈਲਪਮੈਂਟ ਥਿਊਰੀ ਦੇ ਵਿੱਚ ਉਹਨੇ 4 ਸਟੇਜਸ ਦਿੱਤੀਆਂ ਸੀ। ਪਹਿਲੀ ਸਟੇਜ ਸੀਗੀ ਸੈਂਸਰੀ ਮੋਟਰ ਸਟੇਜ, ਦੂਜੀ ਪ੍ਰੀ ਆਪਰੇਸ਼ਨਲ ਸਟੇਜ, ਤੀਜੀ ਕੰਕਰੀਟ ਆਪਰੇਸ਼ਨਲ ਸਟੇਜ ਤੇ ਚੌਥੀ ਫਾਰਮਲ ਆਪਰੇਸ਼ਨਲ ਸਟੇਜ। ਜਿਹੜੀ ਸੈਂਸਰੀ ਮੋਟਰ ਸਟੇਜ ਆ ਤੇ ਪ੍ਰੀ ਆਪਰੇਸ਼ਨਲ ਸਟੇਜ ਆ, ਇਹਨਾਂ ਦੋਨੋਂ ਸਟੇਜਸ ਦੇ ਵਿੱਚ ਬੱਚਾ ਕੀ ਹੁੰਦਾ? ਈਗੋਸੈਂਟਰਿਕ, ਮਤਲਬ ਕਿਸੇ ਹੋਰ ਦੀ ਓਪੀਨੀਅਨ ਨੂੰ ਉਹ ਨਹੀਂ ਮੰਨੂਗਾ, ਸਿਰਫ ਆਪਣੀ ਰਾਏ, ਆਪਣੇ ਜੋ ਵਰਡਸ ਨੇ ਉਹਦੇ ਲਈ ਉਹੀ ਸਹੀ ਨੇ, ਆਪਣੀਆਂ ਹੀ ਗਤੀਵਿਧੀਆਂ ਸਹੀ ਨੇ, ਤੇ ਉਹ ਕਿਸੇ ਹੋਰ ਦੀਆਂ ਜੋ ਹੈ ਵਿਊ ਉਹਨੂੰ ਸਹੀ ਨਹੀਂ ਮੰਨੂਗਾ। ਠੀਕ ਹੈ ਜੀ। ਤਾਂ ਜਿਹੜੀ ਤੀਜੀ ਸਟੇਜ ਦੇ ਵਿੱਚ ਜਦੋਂ ਐਂਟਰ ਕਰਦਾ, ਜਦੋਂ 7 ਸਾਲ ਦਾ ਹੋ ਜਾਂਦਾ, ਕਿਉਂਕਿ ਪਹਿਲੀ ਸਟੇਜ ਦਾ ਪੀਰੀਅਡ ਕੀ ਆ? 2 ਸਾਲ ਤੱਕ, 2 ਤੋਂ ਲੈ ਕੇ 7 ਸਾਲ ਤੱਕ ਦਾ ਪੀਰੀਅਡ ਹੈ ਪ੍ਰੀ ਆਪਰੇਸ਼ਨਲ ਦਾ, ਤੇ 7 ਤੋਂ ਲੈ ਕੇ 12 ਸਾਲ ਤੱਕ ਦਾ ਪੀਰੀਅਡ, 12 ਕਈ ਵਾਰੀ 11 ਵੀ ਲਿਖਿਆ ਹੋਊਗਾ ਕਿਸੇ
बुक्स के उपर, तो 11 ਤੋਂ 12 तक का जिहड़ा पीरियड है कॉन्क्रीट ऑपरेशन दे विच रखिया जांदा ते इत्थे जाके ही बच्चा ईगो सेंट्रिक दे उल्ट सोशल सेंट्रिक हुंदा, मतलब समाज की जो राय है उन्होंने मनना शुरू कर दिंदा। तो ये जिहड़े वर्ड ने जां जिहड़ियां भी ये टर्म्स ने ते स्टेजेस ने ये पियाजे की थ्योरी कोगनैटिव डिवेलपमेंट के नाल संबंधित ने, जिहड़ी बड़ी ही इंपॉर्टेंट थ्योरी मन्नी जाती है। कई बार भी क्वेश्चन पूछा जाता कि पियाजे की थ्योरी जां पियाजे का जो सिद्धांत सी ओहदा क्रिटिसिज्म किने कीता, तां जिहड़ा ब्रूनर सी, ब्रूनर ओहदा शिष्य भी सीगा ते ओने ही जिहड़ा ओहदा क्रिटिसिज्म भी कीता, ओनू फॉलो भी कीता ब्रूनर ने, बट ओहदा क्रिटिसिज्म भी कीता ओहदियां स्टेजेस नू लैके। ठीक है जी। फोर्थ क्वेश्चन अपने कोल, विच वन डज नॉट इंडिकेट चाइल्ड इमोशन ऑफ एज 0 to 6, 0 ਤੋਂ 6 ਸਾਲ ਦੇ ਬੱਚੇ ਵਿੱਚ, ਕਿਉਂਕਿ 6 ਸਾਲ ਤੋਂ ਬਾਅਦ ਬੱਚਾ ਆਪਦੇ ਇਮੋਸ਼ਨ ਕੰਟਰੋਲ ਕਰਨ ਲੱਗਦਾ, ਉਸ ਤੋਂ ਪਹਿਲਾਂ ਉਹਦੇ ਚ ਬੇਸਿਕ ਇਮੋਸ਼ਨ ਹੁੰਦੇ ਆ, ਬੇਸਿਕ ਭਾਵਨਾਵਾਂ ਹੁੰਦੀਆਂ ਨਾ। ਜਦੋਂ ਬੱਚਾ ਲੇਟਰ ਚਾਈਲਡਹੁੱਡ ਜਾਨੀ 6 ਸਾਲ ਦਾ ਹੁੰਦਾ ਤਾਂ ਉਸ ਤੋਂ ਪਹਿਲਾਂ ਬਾਅਦ ਦੇ ਵਿੱਚ ਉਹ ਆਪਦੇ ਜੋ ਸੰਵੇਗ ਨੇ, ਜੋ ਸੰਵੇਦ ਨੇ, ਉਹਨਾਂ ਨੂੰ ਕੰਟਰੋਲ ਕਰਨ ਲੱਗਦਾ, ਉਹਦੇ ਇਮੋਸ਼ਨ ਨੂੰ ਕੰਟਰੋਲ ਕਰਨ ਲੱਗਦਾ। ਬਟ ਸ਼ੁਰੂ ਦੇ ਵਿੱਚ ਜੋ ਉਹਦੇ ਚ ਭਾਵਨਾਵਾਂ ਹੁੰਦੀਆਂ ਨੇ ਉਹ ਕਿਹੜੀਆਂ ਹੁੰਦੀਆਂ ਨੇ, ਖੁਸ਼ੀ ਜ਼ਾਹਿਰ ਕਰ ਸਕਦਾ, ਪਲੇਜ਼ਰ ਹੁੰਦੀ ਆ, ਦੁੱਖ ਜ਼ਾਹਿਰ ਕਰ ਸਕਦਾ, ਤੇ ਕਿਉਰਿਓਸਿਟੀ ਹੁੰਦੀ ਆ ਲਰਨ ਕਰਨ ਦੀ। ਬਟ ਉਹਦੇ ਚ ਟੋਲਰੈਂਸ ਬਿਲਕੁਲ ਵੀ ਨਹੀਂ ਹੁੰਦੀ। ਸਹਿਣਸ਼ੀਲਤਾ 6 ਸਾਲ ਤੋਂ ਬਾਅਦ ਬੱਚੇ ਦੇ ਵਿੱਚ ਆਉਂਦੀ ਆ, ਉਸ ਤੋਂ ਪਹਿਲਾਂ ਟੋਲਰੈਂਸ ਜਾਨੀ ਕਿ ਸਹਿਣਸ਼ੀਲਤਾ ਬੱਚੇ ਦੇ ਵਿੱਚ ਨਹੀਂ ਦੇਖੀ ਜਾਂਦੀ, ਜਿਹੜਾ ਕਿ एक कंट्रोल दे नाल रिलेटेड है ना। एक बच्चे दे इमोशन कंट्रोल दे नाल रिलेटेड ही वर्ड आ टॉलरेंस, ते बच्चे 6 साल तो बाद ही देखा जाऊगा। फिफ्थ क्वेश्चन अपने कोल, विच ऑफ द फॉलोइंग इज नॉट कंजैनिटल हैंड डिफॉर्मिटी। कंजैनिटल की हुंदा, जेड़ी ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਤਾਂ ਜਮਾਂਦਰੂ ਹੀ ਜੋ ਡੀਫਾਰਮਿਟੀਜ਼ ਬੱਚੇ ਦੇ ਵਿੱਚ ਹੋਣ, ਜੋ ਸਰੀਰਕ ਸਮੱਸਿਆ ਬੱਚੇ ਦੇ ਵਿੱਚ ਦੇਖੀ ਜਾਵੇ ਸਰੀਰਕ ਅੰਗਾਂ ਦੇ ਨਾਲ ਰਿਲੇਟਡ, ਉਹਨੂੰ ਅਸੀਂ ਆਖਦੇ ਹਾਂ ਕੰਜੈਨੀਟਲ। ਇੱਥੇ ਪੁੱਛਿਆ ਗਿਆ ਕਿ ਕਿਹੜੀ ਕੰਜੈਨੀਟਲ ਹੈਂਡ ਡਿਫਾਰਮਿਟੀਜ਼ ਨਹੀਂ ਆ। ਆਪਾਂ ਕਲਾਸ ਦੇ ਵਿੱਚ ਹੱਥ ਦੀਆਂ ਕਾਫੀ ਸਾਰੀਆਂ ਡੀਫਾਰਮਿਟੀਜ਼ ਕੀਤੀਆਂ ਸੀ, ਜਿਨ੍ਹਾਂ ਦੇ ਵਿੱਚ ਪੋਲੀਡੈਕਟਲੀ ਸੀ। ਪੋਲੀਡੈਕਟਲੀ ਕੀ ਹੁੰਦਾ, ਇੱਕ ਬੱਚੇ ਦੇ ਹੱਥ ਦੀਆਂ ਸਾਡੀਆਂ ਨਾਰਮਲ ਉਂਗਲਾਂ 5 ਹੁੰਦੀਆਂ, ਜੇ ਕਿਸੇ ਬੱਚੇ ਦੇ ਕੋਈ ਐਕਸਟਰਾ ਅੰਗੂਠਾ ਹੋਵੇ, ਕੋਈ ਐਕਸਟਰਾ ਚੀਚੀ ਹੋਵੇ, ਹਨਾ, ਜਿਹੜੀ ਆਪਣੀ ਲਾਸਟ ਫਿੰਗਰ ਆ, ਸਮਾਲ ਫਿੰਗਰ ਹੋਵੇ, ਤਾਂ ਇਸ ਤਰੀਕੇ ਨਾਲ ਜੇ 5 ਤੋਂ ਜ਼ਿਆਦਾ ਕਿਸੇ ਬੱਚੇ ਦੇ ਹੱਥ ਦੀਆਂ ਉਂਗਲਾਂ ਹੋਣ ਤਾਂ ਉਹਨੂੰ ਆਖਦੇ ਗਿਆ ਪੋਲੀਡੈਕਟਲੀ। ਸੈਂਡੈਕਟਲੀ ਹੁੰਦਾ, ਜਿਹਦੇ ਚ ਇਹ ਵੀ ਹੱਥ ਦੇ ਨਾਲ ਰਿਲੇਟਡ ਹੀ ਆ, ਜਿਹਦੇ ਚ ਬੱਚੇ ਦੀ ਮਿਡਲ ਫਿੰਗਰ ਤੇ ਇੰਡੈਕਸ ਫਿੰਗਰ ਆ ਜਿਹੜੀਆਂ, ਇਹ ਦੋਨੋਂ ਰਿੰਗ ਫਿੰਗਰ ਤੇ ਮਿਡਲ ਫਿੰਗਰ ਦੋਨੋਂ ਜੁੜੀਆਂ ਹੁੰਦੀਆਂ ਨੇ। ਕਲਾਸ ਦੇ ਵਿੱਚ ਤੁਸੀਂ ਸਾਰਾ ਕਰ ਚੁੱਕੇ ਹੋ। ਜਿਹੜਾ ਮਾਈਕਰੋਟੀਆ ਹੈਗਾ, ਮਾਈਕਰੋਟੀਆ ਕੰਨ ਦੇ ਨਾਲ ਰਿਲੇਟਡ ਆ, ਹਨਾ। ਅਨੋਟੀਆ ਤੇ ਮਾਈਕਰੋਟੀਆ ਇਹ ਹੱਥ ਦੇ ਨਾਲ ਰਿਲੇਟਡ ਬਿਮਾਰੀ ਨਹੀਂ ਹੈਗੀ। ਕਿਹਦੇ ਨਾਲ ਰਿਲੇਟਡ ਆ ਇਹ? ਕੰਨ ਦੇ ਨਾਲ ਰਿਲੇਟਡ। ਅੰਡਰ ਡਿਵੈਲਪ ਹੁੰਦਾ ਕੰਨ, ਹਨਾ। ਅਨੋਟੀਆ ਦੇ ਵਿੱਚ ਕੀ ਆ, ਕੰਨ ਹੁੰਦਾ ਹੀ ਨਹੀਂ, ਬਟ ਇਹਦੇ ਚ ਕੀ ਆ, ਅੰਡਰ ਡਿਵੈਲਪਡ ਈਅਰ ਡਿਫਾਰਮਿਟੀ ਆ, मतलब ਕੰਨ ਦੇ ਨਾਲ ਰਿਲੇਟਡ ਆ, ਤੇ ਇਹ ਸਾਡੇ ਜੋ ਹੈ ਹੱਥਾਂ ਦੇ ਨਾਲ ਮੇਲ ਨਹੀਂ ਖਾਂਦੇ। ਸਿੰਬ੍ਰੈਕਡੈਕਟਲੀ ਆ ਜਿਹੜੀ, ਇਹਦੇ ਚ ਫਿੰਗਰ ਕੋਈ ਬੱਚੇ ਦੀ ਜਾਂ ਤਾਂ ਫਿੰਗਰ ਮਿਸ ਹੋਊਗੀ, ਹੱਥ ਨਹੀਂ ਹੋਊਗਾ, ਤਾਂ ਇਹਦਾ ਮਤਲਬ ਕੀ ਆ, ਮਤਲਬ ਹੱਥ ਛੋਟਾ ਹੋਊਗਾ ਜਾਂ ਕੋਈ ਉਂਗਲ ਨਹੀਂ ਹੋਊਗੀ। ਤਾਂ ਜਿਹੜੀ ਸਿੰਬ੍ਰੈਕਡੈਕਟਲੀ ਆ, ਸੈਂਡੈਕਟਲੀ ਆ ਤੇ ਪੋਲੀਡੈਕਟਲੀ ਆ, ਤਿੰਨੋਂ ਕਿਹਦੇ ਨਾਲ ਡੀਲ ਕਰਦੀਆਂ ਨੇ? ਕੰਜੈਨੀਟਲ ਹੈਂਡ ਡਿਫਾਰਮਿਟੀਜ਼ ਦੇ ਨਾਲ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਣੇ ਕੋਲ, ਵਟ ਇਜ਼ ਰੋਂਗ ਅਬਾਊਟ ICDS। ਸਭ ਤੋਂ ਪਹਿਲਾਂ ਤਾਂ ICDS ਜਿੱਥੇ ਵੀ अर्ਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਦੀ ਗੱਲ ਆਊਗੀ, ਜਿੱਥੇ ਹੀ 0 ਤੋਂ 6 ਸਾਲ ਤੱਕ ਦੇ ਬੱਚੇ ਦੀ ਗੱਲ ਆਊਗੀ, ਉੱਥੇ ICDS ਜ਼ਰੂਰ ਆਊਗਾ। ਠੀਕ ਹੈ ਜੀ। ਇੰਟੀਗ੍ਰੇਟਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ ਸਕੀਮ। ਠੀਕ ਹੈ ਜੀ। ਲਾਂਚ ਕਦੋਂ ਹੋਈ ਸੀਗੀ ਇਹ? 1975 ਦੇ ਵਿੱਚ। ਆਪਾਂ ਇੱਥੇ ਇਹ ਦੱਸਣਾ ਕਿ ਕਿਹੜਾ ਗਲਤ ਆ, ਤਾਂ 1975 ਦੇ ਵਿੱਚ ਹੀ ਲਾਂਚ ਹੋਈ ਸੀਗੀ, 2 ਅਕਤੂਬਰ 1975 ਨੂੰ। ਇਟ ਪ੍ਰੋਵਾਈਡਸ ਪ੍ਰਾਇਮਰੀ ਹੈਲਥ ਕੇਅਰ ਪ੍ਰੋਵਾਈਡ ਕਰਦੀ ਆ, ਇਮਿਊਨਾਈਜੇਸ਼ਨ ਵੀ ਪ੍ਰੋਵਾਈਡ ਕਰਦੀ ਆ 6 ਸਾਲ ਤੱਕ ਦੇ ਬੱਚੇ ਨੂੰ ਤੇ ਪ੍ਰੈਗਨੈਂਟ ਵੂਮਨਸ ਨੂੰ। ਉਸ ਤੋਂ ਬਾਅਦ ਜਿਹੜਾ ਇਹਦਾ ਸਟਾਫ ਆ, ਕਹਿੰਦੇ CSW ਦੁਆਰਾ ਟ੍ਰੇਨ ਕੀਤਾ ਜਾਂਦਾ, ਨਹੀਂ, ਇਹਦਾ ਸਟਾਫ NIPPCD ਵੱਲੋਂ ਆ ਜਿਹੜਾ ट्रेन किया जाता। ठीक है, भी तुसी कर चुके हो। दैन हैगा इट वर्क थ्रू आंगनवाड़ी, तो आंगनवाड़ी दे राही ही वर्क करती है, ये भी सही है। ठीक है। तो ਇਹਦਾ ਜਿਹੜਾ बेसिकली स्टाफ है ਉਹਨੂੰ CSWB ट्रेन नहीं करता। ठीक है। किहदे द्वारा ट्रेन किया जाता है? NIPCC द्वारा। ठीक है जी। दैन है अपने को 7th क्वेश्चन, सैल्फ मोटिवेशन, कॉन्फिडेंस एंड मॉरलिटी। ठीक है। किहदे नाल संबंधित ने? मॉरलिटी दे स्पैलिंग इत्थे ना रॉन्ग ने, तां ਮੋਰਲਿਟੀ, ਕੌਨਫੀਡੈਂਸ ਤੇ ਸੈਲਫ ਮੋਟੀਵੇਸ਼ਨ ਕਿਹਦੇ ਨਾਲ ਸੰਬੰਧਿਤ ਹੈ? ਕਿਹੜੀਆਂ ਵੈਲਿਊਜ਼ ਨੇ? ਪਰਸਨਲ, ਕਿਸੇ ਵੀ ਬੰਦੇ ਦੀਆਂ। ਸੈਲਫ ਮੋਟੀਵੇਸ਼ਨ ਮੇਰੀ ਪਰਸਨਲ ਹੋਊਗੀ,
कॉन्फिडेंस मेरा पर्सनल होगा, ठीक है जी। किसी दी तुसी रिस्पैक्ट करते हो, सोशल आ, ठीक है। एस्थेटिक आ, कुदरत दे नाल प्यार करना। ते स्पिरिचुअल की हैगा, जदों तुसी धर्म नूं मानदे हो, किसी भी है ना रिलीजन दे विच बिलीव करदे हो, तो तुहाडीआं वैल्यूज किहदे नाल रिलेटेड ने, स्पिरिचुअलिज्म दे नाल। नैक्सट क्वेश्चन अपने कोल, which class of learner are not included under exceptional category? exceptional category ਕਿਹੜੀ ਹੁੰਦੀ ਹੈ? ਜਿਹੜੀ ਕਿ children with special needs ਵਾਲੀ ਕੈਟਾਗਰੀ ਹੈ, ਜਿਹੜੇ ਬੱਚੇ ਖਾਸ ਲੋੜਾਂ ਵਾਲੇ ਨੇ, ਉਸ ਕੈਟਾਗਰੀ ਨੂੰ ਅਸੀਂ exceptional category ਦੇ ਵਿੱਚ ਰੱਖਦੇ ਹਾਂ। ਤਾਂ exceptional category ਦੇ ਵਿੱਚ slow ਆ ਸਕਦੇ ਨੇ, ਰਿਟਾਰਡਡ ਜਿਹੜੇ ਮਾਨਸਿਕ ਪੱਖ ਤੋਂ ਰਿਟਾਰਡਡ ਹੋਣਗੇ, ਤੇ ਗਿਫਟ ਜਿਹੜੇ ਬਹੁਤ ਜ਼ਿਆਦਾ ਇੰਟੈਲੀਜੈਂਟ ਬੱਚੇ ਹੋਣਗੇ। ਜਿਹੜੇ ਨਾਰਮਲ ਬੱਚੇ ਨੇ ਉਹ ਨਾਰਮਲ ਕੈਟਾਗਰੀ ਦੇ ਵਿੱਚ ਆਉਂਦੇ ਆ, ਐਕਸੈਪਸ਼ਨਲ ਕੈਟਾਗਰੀ ਦੇ ਵਿੱਚ नहीं आते। नैक्सट क्वेश्चन अपना, विच शुड नॉट टीचर ड्यूरिंग मॉरल एजुकेशन? टीचर नू जदों मॉरल एजुकेशन दे दौरान की नहीं करना चाहिए? तो टीचर नू मॉरल एजुकेशन दे दौरान की नहीं करना चाहिए? पहला तो करना की चाहिए, प्रोवाइड ओपन एंडेड सिंपल क्वेश्चन टू चाइल्ड रिगार्डिंग मॉरल। तो सिंपल क्वेश्चन आ ਜਿਹੜੇ ਬੱਚੇ ਨੂੰ, ਜਿਨ੍ਹਾਂ ਦਾ ਖੁੱਲੇ ਅੰਤ ਵਾਲੇ ਹੋਣ, ਜਿਨ੍ਹਾਂ ਚ ਬੱਚੇ ਦੀ क्यूरियोसिटी पैदा ਹੋਵੇ, ਉਹ ਪ੍ਰੋਵਾਈਡ ਕਰੋ। ਚੈਲੰਜ them to think, ਉਹਨਾਂ ਨੂੰ ਸੋਚਣ ਦੇ ਲਈ ਚੈਲੰਜ ਕਰੋ ਕਿ ਉਹ ਵੱਧ ਤੋਂ ਵੱਧ ਸੋਚਣ। ਮੋਟੀਵੇਟ ਚਾਈਲਡ ਟੂ ਰਿਸਪੌਂਡ ਅਬਾਊਟ ਮੋਰਲ, ਬੱਚੇ ਨੂੰ ਮੋਟੀਵੇਟ ਕਰੋ ਕਿ ਉਹ ਜੋ ਤੁਸੀਂ ਮੋਰਲਸ ਦੀ ਨੈਤਿਕ ਗੱਲਾਂ ਕਰ ਰਹੇ ਹੋ ਉਹਨਾਂ ਦੇ ਲਈ ਰਿਸਪੌਂਡ ਕਰਨ। ਤੇ ਡੋਂਟ ਕਲੈਰੀਫਾਈ ਥਿੰਕਿੰਗ ਅਬਾਊਟ ਮੋਰਲ, ਇਹ ਗੱਲ ਤਾਂ ਤੁਸੀਂ ਬੱਚੇ ਦੇ ਜੋ ਵੀ ਮੋਰਲਸ ਦੇ ਬਾਰੇ ਸੋਚ ਹੈ ਉਹਨੂੰ ਕਲੈਰੀਫਾਈ ਕਰੋਗੇ। ਤੇ ਇੱਥੇ ਸਾਡੇ ਤੋਂ ਇਹ ਪੁੱਛਿਆ ਗਿਆ ਸੀ ਨੈਤਿਕ ਸਿੱਖਿਆ ਬਾਰੇ ਅਧਿਆਪਕ ਨੂੰ ਕੀ ਨਹੀਂ ਕਰਨਾ ਚਾਹੀਦਾ? ਤਾਂ ਅਧਿਆਪਕ ਨੂੰ ਜਿਹੜਾ ਹੈਗਾ ਡੋਂਟ ਹੈਲਪ ਟੂ ਕਲੈਰੀਫਾਈ ਥਿੰਕਿੰਗ ਅਬਾਊਟ ਮੋਰਲ, ਤਾਂ ਨੈਤਿਕ ਬਾਰੇ ਸੋਚਣ ਦੇ ਵਿੱਚ ਬੱਚੇ ਨੂੰ ਮਦਦ ਨਹੀਂ ਕਰਨਾ ਚਾਹੀਦਾ। ਇਹ ਕਿ ਆਪਣੇ ਕੋਲ ਗਲਤ ਸਟੇਟਮੈਂਟ ਆ। ਬੱਚਾ ਇੱਕ ਪਲੇਨ ਪੇਪਰ ਆ, ਹਨਾ, ਜਿਵੇਂ ਜੌਨ ਲੌਕ ਨੇ ਕਿਹਾ ਸੀਗਾ, ਇੱਕ ਤਬੂਲਾ ਰਾਸਾ। ਤਾਂ ਤੁਸੀਂ ਉਹਨੂੰ ਸਿਖਾਉਣਾ, ਤੁਸੀਂ ਉਹਦੇ ਉੱਪਰ ਲਿਖਣਾ, ਤੁਸੀਂ ਉਹਨੂੰ ਹਰ ਇੱਕ ਚੀਜ਼ ਸਿਖਾਉਣੀ ਆ ਨਾ, ਮੋਰਲ ਸਿਖਾਉਣੇ ਨੇ। ਜੇ ਜਦੋਂ ਇੱਕ ਬੱਚਾ ਤੁਹਾਡੇ ਕੋਲ ਆ ਜਾਂਦਾ, ਤੇ ਇਸ ਕਰਕੇ ਤੁਹਾਡੀ ਡਿਊਟੀ ਆ, ਹਨਾ, ਤੁਸੀਂ ਜਿਹੜਾ ਬੱਚੇ ਦੀ ਹਰ ਇੱਕ ਚੀਜ਼ ਨੂੰ ਕਲੈਰੀਫਾਈ ਕਰੋਗੇ। नेक्स्ट क्वेश्चन अपने कोल, विच वन ऑफ द फॉलोइंग इज मेंशन बाय एनसीईआरटी अबाउट द रोल ऑफ पेरेंट्स इन प्री स्कूल? एनसीईआरटी ने किहड़े रोल दसे ने? मैं 2 रोल करवाए सी, एज अ रिसोर्स एंड पेरेंट्स नूं इन्वॉल्व करके बाय एजुकेशन, है ना। तो दोनों ही रोल इत्थे साडे लई ਇਹਦੇ ਸ਼ਾਮਲ ਹੋਣਗੇ। ਤਾਂ ਐਨਸੀਈਆਰਟੀ ਨੇ ਕੀ ਕਿਹਾ ਸੀਗਾ ਕਿ ਪੇਰੈਂਟਸ ਨੂੰ ਐਜ਼ ਅ ਰਿਸੋਰਸ ਯੂਜ਼ ਕਰ ਸਕਦੇ ਹੋ, ਹਨਾ, ਪੇਰੈਂਟਸ ਨੂੰ ਐਜ਼ ਅ ਰਿਸੋਰਸ ਯੂਜ਼ ਕਰ ਸਕਦੇ ਹੋ, ਤੇ ਪੇਰੈਂਟਸ ਨੂੰ ਐਜੂਕੇਟ ਕਰਕੇ ਤੁਸੀਂ ਜਿਹੜੀ ਹੈ ਪ੍ਰੀ ਸਕੂਲ ਐਜੂਕੇਸ਼ਨ ਦੇ ਵਿੱਚ ਇਨਵੋਲਵ ਕਰ ਸਕਦੇ ਹੋ। ਤੇ ਦੋਨੋਂ ਚੀਜ਼ਾਂ ਹੀ ਸ਼ਾਮਲ ਹੋਣਗੀਆਂ ਐਜ਼ ਅ ਰੋਲ ਆਫ ਪੇਰੈਂਟਸ ਇਨ ਪ੍ਰੀ ਸਕੂਲ ਐਜੂਕੇਸ਼ਨ। Next 11th question, which activity include in preschool for environment awareness? एनवायरमेंट अवेयरनेस पैदा ਕਰਨ ਦੇ ਲਈ ਬੱਚੇ ਦੇ ਵਿੱਚ, ਠੀਕ ਹੈ, ਕਿਹੜੀ ਗਤੀਵਿਧੀ ਨੂੰ ਸ਼ਾਮਲ ਕਰੋਗੇ? ਬੱਚੇ ਨੂੰ এনवायरमेंट ਅਵੇਅਰਨੈਸ ਪੈਦਾ ਕਰਨੀ ਆ, ਤਾਂ ਤੁਸੀਂ ਕੀ ਕਰੋਗੇ? এনवायरमेंट ਡੇ ਮਨਾਓਗੇ, ਕਦੋਂ ਹੁੰਦਾ? 5 ਜੂਨ ਨੂੰ, ਠੀਕ ਹੈ ਜੀ। ਮਨਾਓਗੇ, ਬੱਚੇ 'ਚ ਕਿਉਰਿਓਸਿਟੀ ਹੋਊਗੀ ਅੱਜ ਕਿਹੜਾ ਦਿਨ ਆ ਸੀ, ਹਨਾ, ਉਹਨਾਂ ਨੂੰ ਪਤਾ ਲੱਗੂਗਾ। ਆਊਟਡੋਰ ਐਕਟੀਵਿਟੀਜ਼, ਉਹਨੂੰ ਬਾਹਰਲੀਆਂ ਐਕਟੀਵਿਟੀਜ਼ ਦਿਖਾਓਗੇ, ਬਾਹਰ ਵੱਲ ਲੈ ਕੇ ਜਾਓਗੇ, ਬਾਹਰਲੀ ਦੁਨੀਆ ਦੇ ਨਾਲ ਜਦੋਂ ਇੰਟਰੈਕਟ ਕਰੂਗਾ, ਕੁਦਰਤ ਦੇ ਨਾਲ ਉਹ ਇੰਟਰੈਕਟ ਕਰੂਗਾ, ਹਨਾ, ਤਾਂ ਉਸ ਦੌਰਾਨ ਆ ਜਿਹੜਾ ਉਹ ਆਪ ਹੀ ਜਿਹੜਾ ਹੈ ਵਾਤਾਵਰਨ ਦੇ ਬਾਰੇ ਚ ਜਾਗਰੂਕ ਹੋਊਗਾ। ਤੇ ਪਲਾਂਟਿੰਗ ਡੇ, ਦਰਖਤ ਲਗਾਉਣ ਦੇ ਕੋਈ ਦਿਨ ਨਿਸ਼ਚਿਤ ਕਰੋਗੇ, ਦਰਖਤ ਲਗਾਉਣ ਦੇ ਲਈ ਬੱਚੇ ਦੇ ਵਿੱਚ ਕਿਉਰਿਓਸਿਟੀ ਪੈਦਾ ਕਰੋਗੇ। ਤਾਂ ਇਹ ਸਾਰੀਆਂ ਚੀਜ਼ਾਂ ਦੇ ਰਾਹੀਂ ਹੀ ਅਸੀਂ ਬੱਚੇ ਨੂੰ এনवायरमेंट ਅਵੇਅਰਨੈਸ ਬੱਚੇ ਦੇ ਵਿੱਚ ਪ੍ਰੀ ਸਕੂਲ ਦੇ ਵਿੱਚ ਕ੍ਰੀਏਟ ਕਰ ਸਕਦੇ ਹਾਂ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਮੇਜ਼ਰਡ ਬਾਈ ਕੰਟੀਨਿਊਸ ਐਂਡ ਕੰਪਰੀਹੈਂਸਿਵ ਵੈਲਿਊਏਸ਼ਨ? ਹਰ ਇੱਕ ਲੈਵਲ ਦੇ ਉੱਪਰ ਹੀ, ਪ੍ਰੀ ਪ੍ਰਾਇਮਰੀ ਦੇ ਉੱਪਰ ਹੀ ਨਹੀਂ, ਪ੍ਰੀ ਪ੍ਰਾਇਮਰੀ ਦੇ ਵਿੱਚ ਵੀ ਡੈਫੀਨੇਟਲੀ ਸੀਸੀਈ ਇੰਪੋਰਟੈਂਟ ਆ, ਪਰ ਹਰ ਇੱਕ ਲੈਵਲ ਦੇ ਉੱਪਰ ਹੀ ਅੱਜ ਕੱਲ ਐਜੂਕੇਸ਼ਨ, ਮਾਡਰਨ ਐਜੂਕੇਸ਼ਨ ਆ, ਸੀਸੀਈ ਬੇਸਡ ਆ, ਕੰਟੀਨਿਊਸ ਆ, ਮਤਲਬ ਹਰ ਦਿਨ ਲਗਾਤਾਰ, ਠੀਕ ਹੈ, ਹਰ ਘੰਟੇ, ਹਰ ਸਮਾਂ ਤੇ ਹਰ ਪੱਖ, ਉਹ ਬੇਸ਼ੱਕ ਸਕੋਲਰਿਸਟਿਕ ਹੋਵੇ, ਬੇਸ਼ੱਕ ਨਾਨ ਸਕੋਲਰਿਸਟਿਕ ਹੋਵੇ, ਮਤਲਬ ਅਕਾਦਮਿਕ ਪੱਖ ਤੇ ਗੈਰ ਅਕਾਦਮਿਕ ਪੱਖ, ਸਾਰੇ ਪੱਖਾਂ ਨੂੰ ਤੁਸੀਂ ਜੱਜ ਕਰਦੇ ਹੋ। ਤੇ ਇਹਦੇ ਵਿੱਚ ਬੱਚੇ ਦਾ ਕੀ ਜੱਜ ਹੁੰਦਾ ਹੈਗਾ? ਇਸ ਵੈਲਿਊਏਸ਼ਨ ਦੇ ਵਿੱਚ ਕਾਹਦਾ ਮਾਪਨ ਕੀਤਾ ਜਾਂਦਾ? ਹੋਲਿਸਟਿਕ ਹੁੰਦਾ, ਸੰਪੂਰਨ। ਤਾਂ ਇੱਕ ਬੱਚੇ ਦਾ ਹਰ ਇੱਕ ਪੱਖ ਤੋਂ ਕਿੰਨਾ ਵਿਕਾਸ ਕਰ ਰਿਹਾ, ਤੁਸੀਂ ਇਹ ਜੱਜ ਕਰਦੇ ਹੋ। ਉਹ ਅਕਾਦਮਿਕ ਕਿੰਨਾ ਵਿਕਾਸ ਕਰ ਰਿਹਾ, ਤੇ ਗੈਰ ਅਕਾਦਮਿਕ ਖੇਡਾਂ ਦੇ ਵਿੱਚ ਕਿਵੇਂ ਆ, ਕੌਨਫੀਡੈਂਸ ਕਿਵੇਂ ਆ, ਕਲਾਸ ਦੇ ਵਿੱਚ ਉਹਦੀ ਇਨਵੋਲਵਮੈਂਟ ਕਿਵੇਂ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਤੁਸੀਂ ਸੀਸੀਈ ਦੇ ਰਾਹੀਂ ਜੱਜ ਕਰਦੇ ਹੋ। 13 क्वेश्चन, नेशनल क्रैचे प्रोग्राम प्रोवाइड केयर टू चाइल्ड? नेशनल क्रैचे प्रोग्राम जिहदा पुराना नाम की सीगा राजीव गांधी क्रैचे प्रोग्राम, किस एज तक आ जिहड़ा प्रोवाइड करदा हैगा चाइल्ड नू, किस एज तक केयर प्रदान करदा? तां 6
साल तक, ठीक है। 6 साल तक बच्चे नूं जो है ਇਹਦੇ अंडर केयर प्रदान की जाती है, ठीक है। नैक्सट क्वेश्चन अपने को नैशनल क्रैचे सेवा इज मोर इंपॉर्टेंट। तो जिहड़ा नैशनल क्रैचे प्रोग्राम ही है वो बेसिकली ओपन क्यों किया गया सी, स्टार्ट क्यों किया गया सी, किन्हां नूं फैसिलिटेट करन दे लई किया गया सी। देखो इहदे विच बेशक बच्चियां नूं संभालिया जांदा सी, बट फैसिलिटेट किन्हां नूं करना सीगा, वर्किंग वूमेन नूं। तां वर्किंग वूमेन्स नूं हैल्प करन दे लई, वर्किंग वूमेन नूं हैल्प करन दे लई ही इह प्रोग्राम नूं गवर्नमेंट दे द्वारा शुरू किया गया सी। CSW दे अंडर जिहड़ा सी इह प्रोग्राम वर्क कर रहा सी शुरुआती, ठीक है। हुण जिहड़ा है सोशल जो वेलफेयर डिपार्टमेंट है ਉਹਦੇ अंडर भी ये मतलब कोलैबोरेटिव प्रोग्राम आ जिहड़ा कि चल रहा। 15 क्वेश्चन अपने को which of the following is not a live attenuated vaccine। ਜਦੋਂ ਅਸੀਂ ਵੈਕਸੀਨ ਪੜੀਆਂ ਸੀ ਤਾਂ ਅਸੀਂ ਦੋ ਤਰੀਕੇ ਦੀਆਂ ਤਿੰਨ ਤਰ੍ਹਾਂ ਦੀਆਂ ਵੈਕਸੀਨ ਦੀ ਗੱਲ ਕੀਤੀ ਸੀ, ਲਾਈਵ ਐਟੀਨੂਏਟਡ ਵੈਕਸੀਨ, ਕਿਲਡ ਵੈਕਸੀਨ ਤੇ ਕੰਬਾਈਨਡ ਵੈਕਸੀਨ, ਠੀਕ ਹੈ। ਲਾਈਵ ਐਟੀਨੂਏਟਡ ਕਿਹੜੀਆਂ ਹੁੰਦੀਆਂ, ਦੇਖੋ ਪੈਥੋਜਨ ਦੀ ਗੱਲ ਵੀ ਮੈਂ ਕੀਤੀ ਸੀ। ਪੈਥੋਜਨ ਕੀ ਹੁੰਦਾ, जो भी असी वैक्सीन तैयार करते हैं ना बेसिकली उसे ही वायरस तो तैयार की जाती है, जेडे वायरस दे नाल बॉडी नू लड़न दे लई तुसी इम्यूनिटी क्रिएट करनी है। जे पोलियो आ तो पोलियो का जो वायरस है उसे वायरस तो ही तुसी ओदियां पोलियो दियां ड्रॉप्स तैयार कीतियां, उसे नू ही वीक करके। जां असीं करोना की गल करते हैं तो जिहड़ी साडी ਉਹ ਸਾਡੇ ਕੋਲ ਦੋ ਵੈਕਸੀਨ ਚੱਲ ਰਹੀਆਂ ਨੇ, ਕੋਵੈਕਸੀਨ ਹੈ ਨਾ ਤੇ ਕੋਵਾਸ਼ੀਲਡ। ਕੋਵੈਕਸੀਨ ਆ ਜਿਹੜੀ ਉਹ ਦੋਨੋਂ ਹੀ, ਕੋਵਾਸ਼ੀਲਡ ਵੀ ਤੇ ਕੋਵੈਕਸੀਨ ਵੀ ਹੈ ਪੈਥੋਜਨ ਤੋਂ ਬਣੀ ਆਈ, ਠੀਕ ਹੈ। ਬਟ ਇਹਨਾਂ ਦੇ ਵਿੱਚੋਂ ਇੱਕ ਕਿਲਡ ਵੈਕਸੀਨ ਆ, ਠੀਕ ਹੈ। ਕਿਲਡ ਵੈਕਸੀਨ ਕਿਹੜੀ ਹੈਗੀ, ਕੋਵਾਸ਼ੀਲਡ। ਇਹਦੇ ਚ ਜਿਹੜਾ ਕਰੋਨਾ ਹੈਗਾ, ਅਸਲੀ ਵਾਇਰਸ ਕਰੋਨਾ ਹੈਗਾ, ਉਹਨੂੰ ਮਾਰਿਆ ਗਿਆ, ਠੀਕ ਹੈ, ਉਹਦੇ ਤੋਂ ਕ੍ਰੀਏਟ ਕੀਤੀ ਗਈ ਆ। ਤੇ ਜਿਹੜਾ ਹੈ ਲਾਈਵ ਐਟੀਨੂਏਟਡ ਉਹਦੇ ਚ ਉਹੀ ਕਰੋਨਾ ਆ ਜਿਹੜੀ ਕਿ ਸਾਡੀ ਭਾਰਤ ਬਾਇਓਟੈਕ ਦੇ ਦੁਆਰਾ ਬਣਾਈ ਗਈ ਹੈਗੀ ਕੋਵੈਕਸੀਨ, ਜਿਉਂਦਾ ਜਾਗਦਾ ਕਰੋਨਾ। ਬਟ ਉਹ ਇੰਨਾ ਕਮਜ਼ੋਰ ਕਰਤਾ ਵੀ ਵਿਚਾਰਾ ਕੁਛ ਕਰ ਹੀ ਨਹੀਂ ਸਕਦਾ, ਹਨਾ। ਤਾਂ ਜਿਹੜਾ ਹੈ ਦੋਨੋਂ ਵੈਕਸੀਨ ਹੁੰਦੀਆਂ, ਜਾਨੀ ਕਿ ਲਾਈਵ ਜਿਉਂਦਾ ਜਾਗਦਾ ਕਰੋਨਾ ਬਟ ਬਹੁਤ ਵੀਕ ਪੈਥੋਜਨ, ਠੀਕ ਹੈ। ਜਿੱਥੋਂ ਅਸੀਂ ਮੈਡੀਸਿਨ ਬਣਾਉਂਦੇ ਆ ਨਾ, ਵਾਇਰਸ ਜਿੱਥੋਂ ਮੈਡੀਸਿਨ ਬਣਦੀ ਉਹ ਪੈਥੋਜਨ ਹੁੰਦਾ। ਤਾਂ ਉਹ ਪਾਰਟ ਨੂੰ ਪੈਥੋਜਨ ਆਖਦੇ ਆ, ਜਿਹੜੇ ਪਾਰਟ ਤੋਂ ਕਿਸੇ ਵੀ ਵਾਇਰਸ ਦੀ ਜਿਹੜੀ ਹੈ ਮੈਡੀਸਿਨ ਜਾਂ ਆਪਾਂ ਕੀ ਵੈਕਸੀਨ ਤਿਆਰ ਕੀਤੀ ਜਾਂਦੀ ਹੈ। ਤਾਂ ਸਾਡੇ ਕੋਲ ਮੇਨ ਦੋ ਕੈਟਾਗਰੀਜ਼ ਨੇ, ਤੀਜੀਆਂ ਵੀ ਨੇ, ਜਿਵੇਂ TT ਆ ਉਹ ਕੰਬਾਈਨ ਆ, DPT ਆ ਕੰਬਾਈਨਡ ਆ ਨਾ, ਜਿਹੜੀਆਂ ਜ਼ਿਆਦਾ ਮਤਲਬ ਕੰਬਾਈਨ ਕਰਕੇ ਜੋ ਵੈਕਸੀਨ ਤਿਆਰ ਕੀਤੀਆਂ ਜਾਂਦੀਆਂ। ਤਾਂ ਇੱਥੇ ਸਾਡੇ ਕੋਲ ਲਾਈਵ ਐਟੀਨੂਏਟਡ ਵਰਡ ਆਇਆ, ਤਾਂ ਲਾਈਵ ਜਿਹੜੀਆਂ ਵੈਕਸੀਨ ਨੇ ਉਹ ਸਾਡੇ ਕੋਲ BCG ਵੀ ਲਾਈਵ ਵੈਕਸੀਨ ਆ, OPV ਵੀ ਲਾਈਵ ਵੈਕਸੀਨ ਆ, ਜੈਲੋ ਫੀਵਰ ਲਾਈਵ ਵੈਕਸੀਨ ਆ, ਰੂਬੇਲਾ ਲਾਈਵ ਵੈਕਸੀਨ ਆ, ਠੀਕ ਹੈ ਜੀ, ਇਨਫਲੂਐਂਜ਼ਾ ਲਾਈਵ ਵੈਕਸੀਨ ਆ, ਮੀਜ਼ਲ, ਮੰਪਸ, चिकन पॉक्स, टाइफाइड ਤੇ ਐਂਡੈਮਿਕ ਟਾਈਫਸ, ਇਹ ਸਾਰੀਆਂ ਹੀ ਸਾਡੇ ਕੋਲ ਲਾਈਵ ਵੈਕਸੀਨ ਦੇ ਵਿੱਚ ਆਉਂਦੀਆਂ। ਬਟ ਇਹਨਾਂ ਨੇ ਪੁੱਛਿਆ ਕਿਹੜੀ ਲਾਈਵ ਨਹੀਂ ਆ, ਤਾਂ ਸਾਡੇ ਕੋਲ ਇੱਥੇ ਲਾਈਵ ਨਹੀਂ ਆ ਜਿਹੜੀ ਕਿ ਕਿਲਡ ਤੋਂ ਬਣਾਈ ਗਈ ਆ ਨਾ, ਕਿਲਡ ਪੈਥੋਜਨ ਤੋਂ ਬਣਾਈ ਗਈ ਆ। ਉਹ ਆਪਣੇ ਕੋਲ ਕੀ ਹੈ, IPV यानी कि इंटरएक्टिव पोलियो वैक्सीन, ठीक है जी। ਤਾਂ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੋ ਸਕਦਾ ਤੁਹਾਡੇ ਲਈ। ਜੇ ਕਿਲਡ ਦੇ ਵਿੱਚ ਵੀ ਪੁੱਛਣ ਤਾਂ ਕਿਲਡ ਦੇ ਵਿੱਚ ਵੀ ਜਿਹੜੀ ਪਰਟਿਊਸਿਸ ਹੈਗੀ ਆ ਨਾ, ਪਰਟਿਊਸਿਸ ਦੀ ਜੋ ਵੈਕਸੀਨ ਆ, ਜਾਂ ਜੋ ਰੈਬਿਸ ਦੀ ਵੈਕਸੀਨ ਹੈਗੀ ਆ, ਰੈਬਿਸ ਦੀ, ਰੋਟਾ ਵਾਇਰਸ ਦੀ, ਹੈਪੇਟਾਈਟਸ, ਇਹ ਸਾਰੀਆਂ ਜਿਹੜੀਆਂ ਹੈਗੀਆਂ ਇਹ ਅਸੀਂ ਕਿਹਦੇ ਚ ਰੱਖਦੇ ਹੈਗੇ ਆ, ਕਿਲਡ ਵੈਕਸੀਨ ਦੇ ਵਿੱਚ, ਠੀਕ ਹੈ ਜੀ। 16 ਕੁਐਸਚਨ ਆਪਣੇ ਕੋਲ। The Waldorf education approach emphasizes a balanced development of। ਤਾਂ ਜਿਹੜੀ ਵਲਡੋਰਫ ਐਜੂਕੇਸ਼ਨ ਅਪਰੋਚ ਆ ਇਹ ਬੈਲੈਂਸ ਡਿਵੈਲਪਮੈਂਟ ਆ ਨਾ, ਬੈਲੈਂਸਡ ਡਿਵੈਲਪਮੈਂਟ ਕਰਦੀ ਆ। ਕਿਹਦੀ ਬੈਲੈਂਸ ਡਿਵੈਲਪਮੈਂਟ ਆ ਇਹ ਨਾ ਤੁਹਾਨੂੰ ਜਦੋਂ ਮੌਕ ਟੈਸਟ ਦੇ ਵਿੱਚ ਕੁਐਸਚਨ ਪਾਇਆ ਗਿਆ ਸੀ ਤਾਂ ਉੱਥੇ ਜਦੋਂ ਕੁਐਸਚਨ ਪਾਏ ਜਾਂਦੇ ਨਾ ਤਾਂ ਕਈ ਵਾਰ ਜੋ ਟੈਕਨੀਸ਼ੀਅਨ ਹੁੰਦਾ ਉਹ ਤੋਂ ਟਿਕ ਗਲਤ ਹੋ ਜਾਂਦਾ, ਉੱਥੇ ਕੁਐਸਚਨ ਸੇਵ ਗਲਤ ਹੋ ਜਾਂਦਾ। ਤਾਂ ਆਈ ਥਿੰਕ ਇਹਦਾ ਆਨਸਰ ਉੱਥੇ ਗਲਤ ਹਨਾ ਸੀਗਾ, ਤੇ ਤੁਹਾਡਾ ਕਾਫੀ ਜਾਣਾ ਦਾ ਕੁਐਸਚਨ ਮਤਲਬ ਇਹ ਹੋ ਗਿਆ ਸੀ, ਤੁਸੀਂ ਸਹੀ ਟਿਕ ਲਾਇਆ ਸੀ ਤੇ ਉਹਨੇ ਗਲਤ ਸ਼ੋ ਕਰਤਾ ਨਾ ਤੁਹਾਡੇ ਆਨਲਾਈਨ ਟੈਸਟ ਦੇ ਵਿੱਚ। ਤਾਂ ਜਿਹੜਾ ਇੱਥੇ ਹੈਡ, ਹਰਟ ਤੇ ਹੈਂਡ ਹੀ ਸਹੀ ਆਪਸ਼ਨ ਆ, ਠੀਕ ਹੈ। ਵਲਡੋਰਫ ਸਕੂਲ 3H ਦੇ ਉੱਪਰ ਹੀ ਆਧਾਰਿਤ ਆ। ਤਾਂ ਜਿਹੜੇ ਬੱਚਿਆਂ ਨੇ ਵੀ 3H ਲਾਇਆ ਸੀ ਉਹਨਾਂ ਦਾ ਬਿਲਕੁਲ ਸਹੀ ਆਨਸਰ ਆ। ਉੱਥੇ ਐਪ ਦੇ ਵਿੱਚ ਆਈ ਡੋਂਟ ਨੋ ਕਿਹੜਾ ਸੀ ਜਿਹੜਾ ਉਹਨਾਂ ਨੇ ਹਨਾ ਸਹੀ ਸ਼ੋ ਕੀਤਾ। ਉਹ ਤੋਂ ਕਈ ਵਾਰੀ ਟੈਕਨੀਸ਼ੀਅਨ ਜਦੋਂ ਅਪਲੋਡ ਕਰਦੇ ਨੇ ਵੀਡੀਓਜ਼ ਜਾਂ ਜਦੋਂ ਵੀ ਕੁਐਸਚਨ ਬਣਾ ਰਿਹਾ ਹੁੰਦਾ ਕੋਈ ਟੈਕਨੀਸ਼ੀਅਨ, ਠੀਕ ਹੈ, ਤਾਂ ਉਸ ਟਾਈਮ ਕਈ ਵਾਰੀ ਮਿਸਟੇਕ ਹੋ ਜਾਂਦੀ ਹੈ, ਠੀਕ ਹੈ। ਤਾਂ ਇੱਥੇ ਆਨਸਰ ਹੀ ਕਲੀਅਰ ਕਰ ਲਓ ਸਾਰੇ ਜਾਣੇ ਹੀ ਕਿ 3H ਤੇ ਬੇਸਡ ਆ ਵਲਡੋਰਫ ਸਕੂਲ, ਹੈਡ, ਹਰਟ ਐਂਡ ਹੈਂਡ। ਤਿੰਨੇ ਚੀਜ਼ਾਂ ਇੱਕ ਬੱਚੇ ਦੀਆਂ ਡਿਵੈਲਪ ਹੋਣੀਆਂ ਚਾਹੀਦੀਆਂ। ਇਸੇ ਤਰੀਕੇ ਦਾ ਸੇਮ ਕਨਸੈਪਟ ਕਿਹਦਾ ਵੀ ਸੀਗਾ, ਬਲੂਮ ਦਾ, ਠੀਕ ਹੈ ਜੀ। ਬਲੂਮ ਟੈਕਸੋਨੋਮੀ ਦੇ ਵਿੱਚ ਵੀ 3H ਦੀ ਗੱਲ ਕੀਤੀ ਗਈ ਸੀ। 17th ਕੁਐਸਚਨ ਆਪਣੇ ਕੋਲ।
मिशन इंद्रधनुष डील्स विद मिशन इंद्रधनुष बेसिकली किहदे नाल रिलेटेड हैगा मिशन इंद्रधनुष गवर्नमेंट ऑफ इंडिया दे द्वारा चलाया गया सी मिनिस्ट्री ऑफ हेल्थ एंड सोशल हेल्थ द्वारा चलाया गया सी मिनिस्ट्री ऑफ हेल्थ डॉक्टर हर्षवर्धन इस टाइम साडे हेल्थ मिनिस्टर ने ठीक है जी इन्हां दे द्वारा ही ये चलाया गया सी मतलब पूरी मिनिस्ट्री का नाम की है मिनिस्ट्री ऑफ हेल्थ एंड फैमिली वेलफेयर ਤਾਂ ਜਿਹੜਾ ਮਿਸ਼ਨ ਇੰਦਰਧਨੁਸ਼ ਆ ਇਹਦੇ ਅੰਡਰ ਜੋ ਵੀ ਬੈਨੀਫੀਸ਼ਰੀ ਸੀਗੇ ਵੈਕਸੀਨ ਦੇ ਬੱਚੇ ਤੇ ਪ੍ਰੈਗਨੈਂਟ ਔਰਤਾਂ ਉਹਨਾਂ ਨੂੰ 2020 ਤੱਕ ਜਿਹੜਾ ਸੀ ਵੈਕਸੀਨੇਟ ਕਰਨਾ ਸੀ ਹੁਣ ਤੋਂ ਲੰਘ ਚੁੱਕਿਆ ਟਾਰਗੇਟ ਹੈ ਨਾ 90% ਜਿਹੜੀਆਂ ਔਰਤਾਂ ਸੀਗੀਆਂ ਤੇ ਸੌਰੀ ਇੱਥੇ ਨਾ ਗਲਤ ਲਿਖਿਆ ਗਿਆ ਆਨਸਰ ਆਪਣਾ ਇੱਥੇ ਬਣੂਗਾ ਡੀਲਸ ਵਿਦ ਵੈਕਸੀਨੇਸ਼ਨ ਠੀਕ ਹੈ ਤਾਂ ਜਿਹੜਾ ਹੈ ਕਿਹਦੇ ਲਈ ਸ਼ੁਰੂ ਕੀਤਾ ਗਿਆ ਸੀ ਪ੍ਰੈਗਨੈਂਟ ਵੂਮਨਸ ਦੇ ਲਈ ਤੇ ਚਿਲਡਰਨ ਦੇ ਲਈ ਠੀਕ ਹੈ ਪ੍ਰੈਗਨੈਂਟ ਵੂਮਨ ਤੇ ਚਿਲਡਰਨ ਦੋਨਾਂ ਨੂੰ ਵੈਕਸੀਨ ਕਰਨ ਦੇ ਲਈ ਤੇ ਵੈਕਸੀਨ ਦਾ ਟਾਰਗੇਟ ਕਿੱਥੋਂ ਤੱਕ ਰੱਖਿਆ ਗਿਆ ਸੀਗਾ 90% ਦੋਨਾਂ ਨੂੰ ਜਿਹੜਾ ਹੈ ਵੈਕਸੀਨੇਟ ਕਰਨਾ ਸੀ ਟਿਲ 2020 ਠੀਕ ਹੈ ਜੀ ਨੈਕਸਟ ਕੁਐਸਚਨ ਆਪਣੇ ਕੋਲ Which of following is not right about UNCRC? UNCRC ਦੇ ਬਾਰੇ United Nation Child Right Convention on Child Rights ठीक है convention ਸੀਗੇ child rights ਦੇ ਨਾਲ related ਤਾਂ ਉਹਦੇ ਬਾਰੇ ਕਹਿੰਦੇ ਕੀ ਸਹੀ ਨਹੀਂ ਹੈਗਾ ਤਾਂ ਜਿਹੜੀ ਦੀ ਫੁੱਲ ਫਾਰਮ ਹੈਗੀ ਆ ਸਭ ਤੋਂ ਪਹਿਲਾਂ ਉਹ ਕੀ ਹੈਗੀ ਆ UN Convention on the Rights of Children ਬਿਲਕੁਲ ਠੀਕ ਆ ਨਾ ਬੱਚਿਆਂ ਦੇ ਰਾਈਟਸ ਨੂੰ ਲੈ ਕੇ ਸੀਗੀ ਇਹ 20 ਨਵੰਬਰ 1989 ਦੇ ਵਿੱਚ ਕੀਤੀ ਗਈ ਸੀ ਬਿਲਕੁਲ ਠੀਕ ਆ ਇਹ ਵੀ ਤੇ ਇਹਦੀ ਜਿਹੜੀ ਡੈਕਲੇਰੇਸ਼ਨ ਸੀ ਉਹ 1959 ਦੇ ਵਿੱਚ ਕੀਤੀ ਗਈ ਸੀਗੀ ਤੇ ਉਸ ਤੋਂ ਬਾਅਦ ਹੀ ਜਿਹੜਾ ਹੈ ਉਹ 30 ਸਾਲਾਂ ਦੇ ਬਾਅਦ ਉਹਨੂੰ ਜਿਹੜਾ ਸੀ UNCRC ਦੇ ਤੌਰ ਤੇ ਅਡਾਪਟ ਕਰ ਲਿਆ ਗਿਆ ਸੀ ਇਟਸ ਓਨਲੀ ਸਿਕਿਉਰ ਐਜੂਕੇਸ਼ਨਲ ਰਾਈਟ ਸੀ ਬਿਲਕੁਲ ਗਲਤ ਆ ਇਹ ਬੱਚੇ ਦਾ ਹਰ ਇੱਕ ਰਾਈਟ ਇੱਥੇ ਚਾਈਲਡ ਰਾਈਟਸ ਦੀ ਗੱਲ ਕੀਤੀ ਗਈ ਹੈ ਇਹ ਨਹੀਂ ਆਖਿਆ ਗਿਆ ਕਿ ਸਿਰਫ ਐਜੂਕੇਸ਼ਨਲ ਰਾਈਟ ਠੀਕ ਹੈ ਚਾਈਲਡ ਰਾਈਟਸ ਉਹਨਾਂ ਦੀ ਸਿਕਿਉਰਿਟੀ ਉਹਨਾਂ ਦੀ ਲਾਈਫ ਦੀ ਉਹਨਾਂ ਦੀ ਐਜੂਕੇਸ਼ਨ ਦੀ ਹਰ ਇੱਕ ਪੱਖ ਨੂੰ ਇਹਦੇ ਸ਼ਾਮਲ ਕੀਤਾ ਗਿਆ ਬੱਚੇ ਦਾ ਹਰ ਇੱਕ ਰਾਈਟ ਇਹਦੇ ਵਿੱਚ ਸ਼ਾਮਲ ਆ ਤੇ ਇਹਦੇ 4 ਕੋਰ ਪ੍ਰਿੰਸੀਪਲਸ ਨੇ ਸਭ ਕੁਝ ਤੁਸੀਂ ਕਲਾਸਿਸ ਦੇ ਵਿੱਚ ਕਰ ਚੁੱਕੇ ਹੋ ਠੀਕ ਹੈ ਜੀ ਤਾਂ ਇੱਥੇ ਆਪਣੇ ਕੋਲ ਜੋ ਰੋਂਗ ਹੈ ਉਹ ਹੈ A ਠੀਕ ਹੈ ਜੋ ਆਨਸਰ ਸਾਡਾ ਬਣਦਾ ਉਹ ਕੀ ਹੈ C ਨੈਕਸਟ ਕੁਐਸਚਨ ਆਪਣੇ ਕੋਲ ਸ਼ਾਰਦਾ ਐਕਟ ਡੀਲਸ ਵਿਦ ਜਿਹੜਾ ਸ਼ਾਰਦਾ ਐਕਟ ਸੀਗਾ ਸ਼ਾਰਦਾ ਐਕਟ ਹੈ ਕਿ ਆਪਣੇ ਕੋਲ ਜਿਹੜਾ ਕਿ ਚਾਈਲਡ ਮੈਰਿਜ ਦੇ ਨਾਲ ਰਿਲੇਟਡ ਆ ਠੀਕ ਹੈ ਚਾਈਲਡ ਮੈਰਿਜ ਦੇ ਨਾਲ ਰਿਲੇਟਡ ਆ ਕਿ ਬੱਚੇ ਅੱਜ ਕੱਲ ਜਿਹੜੀ ਉਮਰ ਹੈਗੀ ਆ ਬੱਚਿਆਂ ਦੀ ਉਹ ਕਿੰਨੀ ਘੋਸ਼ਿਤ ਕੀਤੀ ਗਈ ਹੈਗੀ ਆ ਮੈਰਿਜ ਦੀ ਕਿ ਲੜਕੀ ਦੀ ਜਿਹੜੀ ਏਜ ਹੈ ਉਹ ਕਿੰਨੀ ਹੋਊਗੀ 18 ਸਾਲ ਤੇ ਲੜਕੀ ਦੀ ਏਜ ਕਿੰਨੀ ਹੋਊਗੀ 21 ਸਾਲ ਠੀਕ ਹੈ ਤਾਂ ਜਿਹੜੀ ਇਹ ਮੈਰਿਜ ਚਾਈਲਡ ਮੈਰਿਜ ਦੇ ਨਾਲ ਰਿਲੇਟਡ ਹੀ ਹੈਗਾ ਸਾਡਾ ਸ਼ਾਰਦਾ ਐਕਟ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ ਕਾਫੀ ਵਾਰ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਠੀਕ ਹੈ then ਹੈਗਾ according to the John Locke child's mind does not contain any ਠੀਕ ਹੈ ਤਾਂ ਜੌਨ ਲੌਕ ਅਨੁਸਾਰ ਬੱਚੇ ਦੇ ਦਿਮਾਗ 'ਚ ਕੀ ਨਹੀਂ ਹੁੰਦਾ ਠੀਕ ਹੈ ਮਤਲਬ ਦਿਮਾਗ ਦੇ ਵਿੱਚ ਕੀ ਨਹੀਂ ਹੁੰਦਾ ਜਦੋਂ ਇੱਕ ਬੱਚਾ ਮਤਲਬ ਜਨਮ ਲੈਂਦਾ ਤਾਂ ਉਹਦੇ 'ਚ ਕੀ ਨਹੀਂ ਹੁੰਦਾ ਨਾ ਉਹਦੀ ਯਾਦਦਾਸ਼ਤ ਹੋ ਸਕਦੀ ਹੈ ਕਲਪਨਾ ਹੋ ਸਕਦੀ ਹੈ ਠੀਕ ਹੈ ਤਾਂ ਜੌਨ ਲੌਕ ਦੇ ਅਕੋਰਡਿੰਗ ਇੱਕ ਬੱਚੇ ਦੇ ਮਾਈਂਡ ਦੇ ਵਿੱਚ ਬਿਲਕੁਲ ਸ਼ੁਰੂਆਤੀ ਕਾਲ ਦੇ ਵਿੱਚ ਕੀ ਨਹੀਂ ਹੋਊਗਾ ਇਨੀਸ਼ੀਏਟ ਆਈਡੀਆ ਜਿੱਥੇ ਵਰਡ ਆ ਗਿਆ ਨਾ ਇਨੀਸ਼ੀਏਟ ਠੀਕ ਹੈ ਤਾਂ ਇਨੀਸ਼ੀਏਟ ਆਈਡੀਆਜ਼ ਕਿਉਂਕਿ ਜਿਹੜਾ ਜੌਹਨ ਲੌਕ ਸੀ ਕਿ ਉਹਨੇ ਕੀ ਆਖਿਆ ਕਿ ਜਿਹੜਾ ਤਬੂਲਾ ਰਾਸਾ ਟਰਮ ਯੂਜ਼ ਕੀਤੀ ਆ ਨਾ ਤਬੂਲਾ ਰਾਸਾ ਤਾਂ ਜਿਹੜੀ ਤਬੂਲਾ ਰਾਸਾ ਟਰਮ ਹੈ ਇਹਦਾ ਮਤਲਬ ਪਤਾ ਕੀ ਇਹਦਾ ਮਤਲਬ ਹੈਗਾ प्लेन पेपर प्लेन स्लेट ਇਹ ਜਿਹੇ ਵਰਡ ਤੁਹਾਨੂੰ ਮਿਲਣ ਕੋਰਾ ਕਾਗਜ਼ ਠੀਕ ਹੈ ਸਾਰੀ ਚੀਜ਼ ਇਹਨੇ ਯੂਜ਼ ਕੀਤੀ ਹੈ ਇੱਕ ਬੱਚੇ ਦਾ ਜਦੋਂ ਜਨਮ ਹੁੰਦਾ ਨਾ ਤਾਂ ਉਹਦੇ ਵਿੱਚ ਕੀ ਹੋਊਗਾ ਕਿ ਉਹ ਇੱਕ ਕੋਰਾ ਕਾਗਜ਼ ਹੋਊਗਾ ਉੱਤੇ ਕੁਝ ਨਹੀਂ ਲਿਖਿਆ ਹੋਊਗਾ ਇੱਕ এনवायरमेंट ਆ ਜੋ ਉਹਦੇ ਤੇ ਕੁਝ ਵੀ ਲਿਖ ਸਕਦਾ ਤਾਂ ਜਦੋਂ ਇੱਕ ਬੱਚੇ ਦੇ ਦਿਮਾਗ ਦੇ ਵਿੱਚ ਉਹ ਕੀ ਨਹੀਂ ਹੁੰਦਾ ਉਹ ਕਹਿੰਦਾ ਇਨੀਸ਼ੀਏਟ ਆਈਡੀਆਜ਼ ਆ ਜਿਹੜੇ ਵਰਡ ਆ ਗਿਆ ਨਾ ਇਨੀਸ਼ੀਏਟ ਠੀਕ ਹੈ ਇਨੀਸ਼ੀਏਟ ਆਈਡੀਆਜ਼ ਨੇ ਜਿਹੜੇ ਉਹ ਬੱਚੇ ਦੇ ਵਿੱਚ ਨਹੀਂ ਹੁੰਦੇ ਕਿ ਜਮਾਂਦਰੂ ਨਹੀਂ ਹੁੰਦੇ ਉਹ ਹੌਲੀ ਹੌਲੀ ਐਕਵਾਇਰ ਕਰਦਾ ਜਦੋਂ ਜੰਮਦਾ ਤਾਂ ਉਹਦੇ ਚ ਕੁਝ ਵੀ ਨਹੀਂ ਹੁੰਦਾ ਜੇ ਅਸਲ ਦੇ ਵਿੱਚ ਦੇਖੀਏ ਤਾਂ ਉਹ ਸਿਰਫ ਆਬਜ਼ਰਵ ਕਰ ਸਕਦਾ ਆਸੇ-ਪਾਸੇ ਦੇਖ ਸਕਦਾ ਕਲਪਨਾ ਵੀ ਕਰੂਗਾ ਤਾਂ ਉਹ ਪ੍ਰੋਪਰ ਕਲਪਨਾ ਵੀ ਹਜੇ ਨਹੀਂ ਕਰ ਸਕਦਾ ਉਹਦੀ ਮੈਮਰੀ ਵੀ ਜਿੰਨਾ ਕੁ ਜੰਮਿਆ ਕਿੰਨੀ ਕਾ ਬਹੁਤ ਥੋੜੀ ਹੋਊਗੀ ਬਟ ਉਹਦੇ ਚ ਇਨੀਸ਼ੀਏਟ ਆਈਡੀਆਜ਼ ਨੇ ਜਿਹੜੇ ਬਸ ਇੱਥੇ ਵਰਡ ਇਨੀਸ਼ੀਏਟ ਕਰਕੇ ਗਲਤ ਹੋ ਗਿਆ ਕਿਉਂਕਿ ਇਨੀਸ਼ੀਏਟ ਵਰਡ ਆ ਜਿਹੜਾ ਉਹ ਕਿਹਦੇ ਨਾਲ ਰਿਲੇਟ ਨਹੀਂ ਕਰੂਗਾ ਜੌਨ ਲੌਕ ਦੇ ਨਾਲ ਡੀਲ ਨਹੀਂ ਕਰੂਗਾ ਕਿਉਂਕਿ ਜੌਨ ਲੌਕ ਇਹ ਮੰਨਦਾ ਕਿ ਇੱਕ ਬੱਚਾ এনवायरमेंट ਦੇ ਵਿੱਚੋਂ ਹੀ ਹਰ ਇੱਕ ਚੀਜ਼ ਲਰਨ ਕਰਦਾ ਠੀਕ ਹੈ ਜੀ ਤਾਂ ਇਹ ਸੀ ਸਾਡੀ ਅੱਜ ਦੀ MCQ ਸੀਰੀਜ਼ ਨੈਕਸਟ ਕਲਾਸ ਦੇ ਵਿੱਚ ਨਵੇਂ MCQ ਸੀਰੀਜ਼ ਲੈ ਕੇ ਮਿਲਾਂਗੇ ਥੈਂਕ ਯੂ ਸੋ ਮਚ